ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਬੰਧਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾ ਗਾਇਬ ਹੋਇਆ, ਨਾ ਹੀ ਕਿਸੇ ਤਰ੍ਹਾਂ ਦੀ ਕੋਈ ਬੇਅਦਬੀ ਹੋਈ ਹੈ। ਕੇਵਲ ਕੁਝ ਸੰਬੰਧਿਤ ਕਰਮਚਾਰੀਆਂ ਵੱਲੋਂ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੰਗਤਾਂ ਨੂੰ ਦੇ ਦਿੱਤੇ ਜਾਂਦੇ ਰਹੇ, ਉਹ ਲਾਲਚ ਬਸ ਉਸ ਦੀ ਭੇਟਾ ਜਮ੍ਹਾਂ ਨਹੀਂ ਕਰਾਈ ਗਈ ਅਤੇ ਉਸ ਨੂੰ ਰਿਕਾਰਡ ਵਿੱਚ ਦਰਜ ਨਹੀਂ ਕੀਤਾ ਗਿਆ। ਗੋਬਿੰਦ ਸਿੰਘ ਲੌਂਗੋਵਾਲ ਵਰਗੇ ਸੌਦਾ ਸਾਧ ਦੇ ਚੇਲਿਆਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਉਹ ਦੱਸਣ ਤਾਂ ਸਹੀ ਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਹੋਰ ਕੀ ਹੈ ਜਿਹੜਾ ਅਸੀਂ ਸੰਭਾਲ ਕੇ ਰੱਖਣਾ ਹੈ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਰਕਰਾਰ ਨਹੀਂ ਰੱਖ ਸਕੇ, ਫਿਰ ਤੁਹਾਨੂੰ ਕੀ ਹੱਕ ਹੈਗਾ ਜਿਹੜਾ ਤੁਸੀਂ ਇੱਥੇ ਗੁਰਦੁਆਰਿਆਂ ਦੇ ਉੱਤੇ ਗੈਰ ਕਾਨੂੰਨੀ ਢੰਗ ਨਾਲ ਕਬਜ਼ੇ ਕਰਕੇ ਬੈਠੇ ਹੋ। ਔਰ ਜਿਹੜਾ ਇਹ ਕਹਿੰਦੇ ਨੇ ਕਿ ਸਾਨੂੰ ਕਿਸੇ ਹੋਰ ਦੀ ਲੋੜ ਨਹੀਂ, ਅਸੀਂ ਖੁਦ ਸਖਤ ਕਾਰਵਾਈ ਕਰ ਲਾਂਗੇ, ਤਾਂ ਮੈਂ ਪੁੱਛਣਾ ਚਾਹੁੰਦਾ ਸ਼੍ਰੋਮਣੀ ਕਮੇਟੀ ਦੇ ਕਿਹੜੇ ਕੈਦਖਾਨੇ ਬਣਾਏ ਗਏ ਨੇ, ਸ਼੍ਰੋਮਣੀ ਕਮੇਟੀ ਕੋਲ ਕਿਹੜੀਆਂ ਜੇਲ੍ਹਾਂ ਨੇ, ਕੀ ਕਰੋਗੇ ਤੁਸੀਂ? ਨੇ ਇਹ ਫੌਜਦਾਰੀ ਮੁਕੱਦਮੇ ਤੋਂ ਇਸ ਕਰਕੇ ਭੱਜ ਰਹੇ ਨੇ ਕਿਉਂਕਿ ਇਹਨਾਂ ਨੂੰ ਡਰ ਲੱਗ ਰਿਹਾ ਹੈ ਕਿ ਜਦੋਂ ਮੁਲਾਜ਼ਮਾਂ ਦੇ ਉੱਤੇ ਡੰਡਾ ਚੜੂਗਾ ਤਾਂ ਮੁਲਾਜ਼ਮਾਂ ਨੇ ਜਿਹੜੇ ਸਾਡੇ ਰਾਜਨੀਤਿਕ ਰਹਿਬਰ ਨੇ ਜਿਨ੍ਹਾਂ ਦੀਆਂ ਜੇਬਾਂ 'ਚੋਂ ਅਸੀਂ ਨਿਕਲੇ ਆ, ਤਾਂ ਉਹਨਾਂ ਦੇ ਵਿੱਚ ਸਾਰਾ ਵੇਰਵਾ ਆਉਣਾ। ਮੈਂ ਕਹਿੰਦਾ ਵੀ ਇਹ ਮੱਸੇ ਰੰਗੜ ਤੋਂ ਅੱਗੇ ਲੰਘੇ, ਇਹ ਸੌਦੇ ਸਾਧ ਤੋਂ ਅੱਗੇ ਲੰਘੇ, ਅਬਦਾਲੀ ਇਹਨਾਂ ਨੇ ਪਿੱਛੇ ਛੱਡਤਾ। ਇਹ ਤਾਂ ਜੀ ਸਾਡੇ ਗੁਰੂ ਨੂੰ ਵੇਚਣ ਲੱਗੇ ਨੇ ਸਿਰਫ ਸਿਆਸਤ ਲਈ, ਚੰਦ ਵੋਟਾਂ ਲਈ। ਡੁੱਬ ਕੇ ਮਰ ਜਾਣਾ ਚਾਹੀਦਾ ਸੁਖਵੀਰ ਨੂੰ, ਬਾਦਲ ਨੂੰ ਤੇ ਇਹਨਾਂ ਦੇ ਸਾਰੇ ਕੋੜਮਿਆਂ ਲੌਂਗੋਵਾਲ ਹੋਰਾਂ ਨੂੰ। ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ 18 ਸਤੰਬਰ ਨੂੰ ਜਾਣਾ, ਉੱਥੇ ਮਤਲਬ ਨਤਮਸਤਕ ਹੋਣਾ ਤੇ ਮੁਆਫੀ ਮੰਗਣੀ ਆ ਸਾਰਿਆਂ ਨੇ। ਗੋਬਿੰਦ ਸਿੰਘ ਲੌਂਗੋਵਾਲ ਨੂੰ ਮੈਂ ਪੁੱਛਦਾ, ਉਹ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਕਰਕੇ ਲਾਪਤਾ ਤੇ ਮੱਥਾ ਟੇਕ ਕੇ 4 ਦਿਨ ਭਾਂਡੇ ਮਾਂਜ ਕੇ ਤੁਸੀਂ ਸਮਝਦੇ ਹੋ ਗੁਰੂ ਤੁਹਾਨੂੰ ਬਖਸ਼ ਲੂਗਾ? ਮੈਂ ਕਹਿੰਦਾ ਇਹਨਾਂ ਨੂੰ ਤਾਂ ਚੰਗੇ ਨੇ ਨਸ਼ਈ, ਜਿਹੜੇ ਨਸ਼ਿਆਂ ਦੇ ਵੀ ਆਦੀ ਹੋ ਗਏ ਪਰ ਗੁਰਦੁਆਰਾ ਸਾਹਿਬ ਜਾਂਦੇ ਨੇ। ਮੈਂ ਵੇਖਦਾ ਲੋਕਾਂ ਨੂੰ, ਜੇ ਉਹ ਕੋਈ ਨਸ਼ਾ ਪੱਤਾ ਕਰਦੇ ਨੇ, ਮੰਨ ਲਓ ਸ਼ਰਾਬੀ ਆ ਬੰਦਾ, ਉਹ ਕਹਿੰਦਾ ਮੈਂ ਗੁਰਦੁਆਰਾ ਸਾਹਿਬ ਵਾਲੀ ਗਲੀ ਵਿੱਚ ਦੀ ਨਹੀਂ ਲੰਘਣਾ ਕਿਉਂਕਿ ਮੈਂ ਹੁਣ ਪੈਗ ਲਾਇਆ। ਉਹ ਗੁਰੂ ਦਾ ਆਦਬ ਸ਼ਰਾਬੀ ਵੀ ਰੱਖਦੇ ਨੇ ਗੋਬਿੰਦ ਸਿੰਘ ਲੌਂਗੋਵਾਲ। ਕਿ ਵੇਖੋ ਕਿੱਡਾ ਸ਼ਾਤਰ ਪਰਿਵਾਰ ਹੈ ਇਹ, ਕਿੱਡਾ ਡਰਾਮੇਬਾਜ਼ ਪਰਿਵਾਰ ਹੈ। ਜਥੇਦਾਰ ਨਿਕਲਦਾ ਬਾਦਲਾਂ ਦੇ ਲਿਫਾਫੇ ਚੋਂ, ਸ਼੍ਰੋਮਣੀ ਕਮੇਟੀ ਪ੍ਰਧਾਨ ਨਿਕਲਦਾ ਬਾਦਲਾਂ ਦੇ ਲਿਫਾਫੇ ਚੋਂ, ਅੰਤਰਿਮ ਕਮੇਟੀ ਦੇ ਮੈਂਬਰ ਚੁਣੇ ਜਾਂਦੇ ਬਾਦਲਾਂ ਦੇ ਲਿਫਾਫੇ ਚੋਂ। ਤੇ ਜਦੋਂ ਕਿਤੇ ਬੇਅਦਬੀ ਵਰਗਾ ਇਸ ਤਰ੍ਹਾਂ ਦਾ ਘਟਨਾਕ੍ਰਮ ਵਾਪਰ ਜੇ, ਸਰੂਪ ਲਾਪਤਾ ਹੋ ਜਾਣ, ਉਦੋਂ ਦੋਨੇ ਪਿਓ ਪੁੱਤ ਮੂੰਹ 'ਚ ਘੁੰਗਣੀਆਂ ਪਾਈ ਰੱਖਦੇ ਆ ਜਿਵੇਂ ਕੋਈ ਮਸਲਾ ਨਹੀਂ ਹੁੰਦਾ। ਹੁਣ ਇਹਨਾਂ ਦੀ ਸਲਾਹ ਇਹੀ ਹੈ, ਨਹੀਂ ਜੀ ਅਸੀਂ ਤਾਂ ਜੀ ਕਰ ਦਾਂਗੇ ਸਖਤ ਕਾਰਵਾਈ ਸਖਤ ਕੀ ਕਰ ਦੋਗੇ? ਫਾਂਸੀ ਲਾ ਦੋਗੇ ਤੁਸੀਂ ਉਹਨਾਂ ਨੂੰ ਜੇਲ੍ਹ 'ਚ ਸੁੱਟ ਸਕਦੇ ਹੋ? ਤੁਹਾਡੀ ਔਕਾਤ ਕੀ ਹੈ? ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਅਮਨਦੀਪ ਸਿੰਘ ਮਾਝਾ। ਅੱਜ ਗੱਲ ਕਰਾਂਗੇ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਸਰੂਪਾਂ ਦੀ। ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ ਨੇ ਕਿ ਸਰੂਪ ਮਹਾਰਾਜ ਦੇ ਸਰੂਪ ਕਿੱਥੇ ਲਾਪਤਾ ਹੋ ਗਏ, ਕਿਉਂ ਨਹੀਂ ਪਤਾ ਲੱਗਿਆ, ਕਿੱਧਰ ਚਲੇ ਗਏ। ਤੇ ਉਸ ਸੰਬੰਧੀ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਰਿਪੋਰਟ ਜਨਤਕ ਕੀਤੀ ਆ। ਖੁਲਾਸਾ ਕੀਤਾ ਕਿ ਇਸ ਦੀ ਜਾਂਚ ਹੋ ਚੁੱਕੀ ਹੈ, ਕੋਈ ਸਰੂਪ ਲਾਪਤਾ ਨਹੀਂ ਹੋਇਆ, ਸਿਰਫ ਰਿਕਾਰਡ 'ਚ ਗੜਬੜੀ ਹੋਈ ਆ, ਅਧਿਕਾਰੀਆਂ ਨੇ ਗੜਬੜੀ ਕਰੀ ਆ, ਪੈਸੇ ਖਾਦੇ ਨੇ, ਪੈਸੇ ਜਮ੍ਹਾਂ ਨਹੀਂ ਕਰਾਏ। ਉਸ ਸੰਬੰਧ 'ਚ ਅੱਜ ਸਾਡੇ ਨਾਲ ਦਰਬਾਰ ਖਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਜੀ ਮੌਜੂਦ ਨੇ, ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਮਾਝੀ ਸਾਹਿਬ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ। ਧੰਨਵਾਦ ਜੀ, ਬਹੁਤ ਬਹੁਤ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਝੀ ਸਾਹਿਬ, ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਰਿਪੋਰਟ ਜਨਤਕ ਕੀਤੀ ਆ ਕਿ ਸਰੂਪ ਕੋਈ ਲਾਪਤਾ ਨਹੀਂ, ਰਿਕਾਰਡ 'ਚ ਗੜਬੜੀ ਆ, ਕੀ ਕਹੋਗੇ? ਦੇਖੋ ਜੀ, ਸਭ ਤੋਂ ਪਹਿਲੀ ਦੁਖਦਾਇਕ ਸਾਡੇ ਸਿੱਖ ਸਮਾਜ ਲਈ ਇਹ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖਾਂ ਨੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦੀ, ਅੱਜ ਉਹ ਸ਼੍ਰੋਮਣੀ ਕਮੇਟੀ ਜਿਨ੍ਹਾਂ ਦਾ ਫਰਜ਼ ਬਣਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ, ਗੁਰਮਤਿ ਦਾ ਪ੍ਰਚਾਰ, ਗੁਰਧਾਮਾਂ ਦੀ ਸੇਵਾ ਸੰਭਾਲ, ਉਹ ਇਸ ਗੱਲ ਤੋਂ ਬਿਲਕੁਲ ਉਲਟ ਪਾਸੇ ਚੱਲ ਕੇ, ਮਤਲਬ ਮੈਂ ਕਹਿ ਸਕਦਾ ਕਿ ਟੋਟਲੀ ਜਿਹੜਾ ਪੰਥ ਵਿਰੋਧੀਆਂ ਦੇ ਹੱਥਾਂ ਵਿੱਚ ਖੇਡ ਰਹੇ ਨੇ। ਔਰ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਗੋਬਿੰਦ ਸਿੰਘ ਲੌਂਗੋਵਾਲ ਵਰਗੇ ਸੌਦਾ ਸਾਧ ਦੇ ਚੇਲਿਆਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਉਹ ਦੱਸਣ ਤਾਂ ਸਹੀ ਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਹੋਰ ਕੀ ਹੈ
ਜਿਹੜਾ ਅਸੀਂ ਸੰਭਾਲ ਕੇ ਰੱਖਣਾ ਹੈ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਰਕਰਾਰ ਨਹੀਂ ਰੱਖ ਸਕੇ, ਫਿਰ ਤੁਹਾਨੂੰ ਕੀ ਹੱਕ ਹੈਗਾ ਜਿਹੜਾ ਤੁਸੀਂ ਇੱਥੇ ਗੁਰਦੁਆਰਿਆਂ ਦੇ ਉੱਤੇ ਗੈਰ ਕਾਨੂੰਨੀ ਢੰਗ ਨਾਲ ਕਬਜ਼ੇ ਕਰਕੇ ਬੈਠੇ ਹੋ, ਕਿਉਂਕਿ ਤੁਹਾਡਾ ਸਮਾਂ ਤਾਂ ਦਸੰਬਰ 2016 ਦਾ ਪੂਰਾ ਹੋ ਚੁੱਕਿਆ ਜੀ। ਜਾਂਚ ਕਮੇਟੀ ਬਣਾਈ, ਉਹਨਾਂ ਕਿਹਾ ਕਿ ਜਾਂਚ ਕਮੇਟੀ ਬਣਾਈ, ਉਹਨਾਂ ਨੇ ਪੂਰੀ ਜਾਂਚ ਕਰੀ, ਅਸੀਂ ਪੂਰਾ ਡੀਪਲੀ ਗਿਆ ਤੇ ਸਾਰਾ ਖੁਲਾਸਾ ਵੀ ਉਹ ਸਿਰਫ ਰਿਕਾਰਡ 'ਚ ਹੋਇਆ। ਤੁਹਾਨੂੰ ਕੀ ਲੱਗਦਾ ਵੀ ਅਧਿਕਾਰੀਆਂ ਨੇ ਕਰਿਆ, ਉਹਨਾਂ ਨੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਇਸ ਮਾਮਲੇ 'ਚ? ਅਮਨ ਜੀ, ਮੈਂ ਇਹਦੇ ਉੱਤੇ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ 25 ਜੂਨ 2000 ਥੋੜ੍ਹਾ ਜਿਹਾ ਪਿੱਛੋਂ ਆਪਾਂ ਵੇਖੋ, 25 ਜੂਨ 2020 ਦੇ ਵਿੱਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਜਦੋਂ ਇਹ ਖੁਲਾਸਾ ਕੀਤਾ 267 ਸਰੂਪਾਂ ਦਾ ਕਿ 267 ਪਾਵਨ ਸਰੂਪ ਜਿਹੜੇ ਗਾਇਬ ਨੇ, ਤਾਂ 27 ਜੂਨ 2020 ਨੂੰ ਇੱਕ ਪ੍ਰੈਸ ਕਾਨਫਰੰਸ ਐਜੀਪੀਸੀ ਵੱਲੋਂ ਹੋਈ, ਜਿਹਦੇ ਵਿੱਚ ਰਜਿੰਦਰ ਸਿੰਘ ਮਹਿਤਾ ਤੇ ਰੂਪ ਸਿੰਘ ਜਿਹੜੇ ਮੁੱਖ ਸਕੱਤਰ ਨੇ ਉਹ ਉਸ ਵਕਤ ਸ਼ਾਮਲ ਸੀ। ਤਾਂ ਉਹਨਾਂ ਨੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਉੱਤੇ ਇਸ ਤਰ੍ਹਾਂ ਦੇ ਬਲੇਮਬਾਜ਼ੀ ਕੀਤੀ। ਉਸ ਸੰਗਠਨ ਵਾਲੇ ਸਾਰੇ ਜ਼ਿੰਮੇਵਾਰਾਂ ਨੂੰ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹੋ, ਤੁਸੀਂ ਕੋਝਾ ਮਜ਼ਾਕ ਕਰ ਰਹੇ ਹੋ, ਤੁਸੀਂ ਹੁਣ ਲੋਕਡਾਊਨ ਕਰਕੇ ਵਿਹਲੇ ਹੋ ਗਏ, ਜਾਣਬੁੱਝ ਕੇ ਇਹ ਮਸਲਾ ਬਣਾ ਲਿਆ। ਸਿਰਫ 14 ਸਰੂਪ ਅਗਨ ਭੇਟ ਹੋਏ ਸੀਗੇ, ਉਹਦਾ ਅਸੀਂ ਪਛਤਾਵਾ ਕਰ ਚੁੱਕੇ ਹਾਂ। ਔਰ ਇੱਥੋਂ ਤੱਕ ਕਹਿਤਾ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੂੰ ਤਾਂ ਕੋਈ ਇਸ ਮਸਲੇ ਦੇ ਉੱਤੇ ਗੱਲ ਕਰਨ ਦਾ ਹੱਕ ਹੀ ਹੈ ਨਹੀਂ, ਤੇ ਜੇ ਉਹ ਸੰਗਠਨ ਵਾਲੇ ਵੀਰ ਮਾਫੀ ਨਹੀਂ ਮੰਗਦੇ ਤਾਂ ਅਸੀਂ ਅਦਾਲਤਾਂ ਦਾ ਰੁਖ ਵੀ ਕਰਾਂਗੇ, ਸਖਤ ਕਾਰਵਾਈ ਕਰਾਂਗੇ। ਸੋ ਇਸ ਤਰ੍ਹਾਂ ਮਤਲਬ ਉਲਟਾ ਚੋਰ ਕੋਤਵਾਲ ਕੋ ਡਾਂਟੇ। ਤਾਂ ਇਹ ਲੋਕ ਜਿਹੜੇ ਨੇ ਲਗਾਤਾਰ ਇਸ ਤਰ੍ਹਾਂ ਇਹ ਵੱਡੇ ਵੱਡੇ ਅਪਰਾਧਾਂ ਨੂੰ, ਗੁਨਾਹਾਂ ਨੂੰ ਛੁਪਾਉਂਦੇ ਨੇ। ਮੈਂ ਸਲੂਟ ਕਰਦਾ ਉਹ ਸਾਰੇ ਸੰਗਠਨ ਵਾਲੇ ਵੀਰਾਂ ਨੂੰ, ਉਹ ਡਟੇ ਰਹੇ ਤਾਂ ਜਿਹੜਾ ਇਹ ਜਨਤਾ ਦੇ ਸਾਹਮਣੇ ਗੱਲ ਆ ਗਈ। ਤੇ ਹੁਣ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੇ ਕਮੇਟੀ ਗਠਿਤ ਕੀਤੀ, ਉਹਦੇ ਵਿੱਚ ਜਸਟਿਸ ਨਵਤਾ ਸਿੰਘ ਸੀਗੀ, ਬੀਬੀ ਜਿਹੜੀ ਰਿਟਾਇਰ ਜਸਟਿਸ ਹੈ, ਉਹਨੇ ਇਨਕਾਰ ਕਰ ਦਿੱਤਾ। ਮੈਂ ਤਾਂ ਕਹਿੰਦਾ ਉਹਦੀ ਵੀ ਚੰਗੀ ਤਰ੍ਹਾਂ ਜਾਂਚ ਪੜਤਾਲ ਹੋਣੀ ਚਾਹੀਦੀ ਸੀ ਕਿ ਉਹਨੇ ਇਨਕਾਰ ਕੀਤਾ ਕਿਉਂ ਹੈ। ਘਰੇਲੂ ਕਾਰਨਾਂ ਦਾ ਭਾਵੇਂ ਉਹਨੇ ਗੱਲ ਕਰੀ, ਪਰ ਉਹਦੇ ਉੱਤੇ ਪ੍ਰੈਸ਼ਰ ਪਾਇਆ ਗਿਆ, ਦਬਾਅ ਪਾਇਆ ਗਿਆ। ਇੱਕ ਵਕੀਲ ਐਡਵੋਕੇਟ ਈਸਰ ਸਿੰਘ ਹੋਰਾਂ ਨੇ ਚਲੋ ਜਾਂਚ ਪੜਤਾਲ ਕਰ ਦਿੱਤੀ। ਤਾਂ ਉਸ ਤੋਂ ਬਾਅਦ ਆ ਪਿਛਲੇ 10 ਦਿਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਜਿਹੜੀਆਂ ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ ਦੀਆਂ 2 ਮੀਟਿੰਗਾਂ ਦੇ ਵਿੱਚ, ਪਹਿਲੀ ਮੀਟਿੰਗ ਦੇ ਵਿੱਚ ਸ਼੍ਰੋਮਣੀ ਕਮੇਟੀ ਉਹ ਅਧਿਕਾਰੀਆਂ ਦੇ ਉੱਤੇ ਫੌਜਦਾਰੀ ਮੁਕੱਦਮੇ ਦੀ ਗੱਲ ਕਰ ਰਹੀ ਹੈ ਕਿ ਅਸੀਂ ਫੌਜਦਾਰੀ ਮੁਕੱਦਮਾ ਕਰਾਂਗੇ, ਸਖਤ ਕਾਰਵਾਈ ਹੋਊਗੀ, ਇਕੱਲੇ ਡਿਸਮਿਸ ਜਾਂ ਸਸਪੈਂਡ ਕਰਕੇ ਗੱਲ ਨਹੀਂ ਬਣਨੀ, ਅਸੀਂ ਪੂਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ। ਪਰ ਜਿਹੜੀ 10 ਦਿਨਾਂ ਦੇ ਅੰਦਰ ਹੀ ਅੰਤਰੰਗ ਕਮੇਟੀ ਦੀ ਦੂਜੀ ਮੀਟਿੰਗ ਹੋਈ, ਉਹਦੇ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਕਹਿ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਇੱਕ ਆਜ਼ਾਦ ਸੰਸਥਾ ਹੈ, ਸਾਨੂੰ ਕੋਈ ਮਤਲਬ ਕਿਸੇ ਦੂਜੇ ਸੰਸਥਾ ਨੂੰ ਇੰਟਰਫੇਅਰ ਅਸੀਂ ਨਹੀਂ ਕਰਨ ਦੇਣਾ। ਪਹਿਲਾਂ ਤਾਂ ਮੈਂ ਇਹ ਕਹਿਣਾ ਗੋਬਿੰਦ ਸਿੰਘ ਲੌਂਗੋਵਾਲ ਨੂੰ, ਕਿਉਂ ਲੋਕਾਂ ਨੂੰ ਗੁੰਮਰਾਹ ਕਰਦੇ ਆ? ਜੇ ਸ਼੍ਰੋਮਣੀ ਕਮੇਟੀ ਆਜ਼ਾਦ ਸੰਸਥਾ ਹੈਗੀ ਹੈ ਤਾਂ ਜਦੋਂ ਚੋਣਾਂ ਸ਼੍ਰੋਮਣੀ ਕਮੇਟੀ ਦੀਆਂ ਹੁੰਦੀਆਂ ਕਿ ਉਹ ਤੁਸੀਂ ਆਪਣੀ ਮਰਜ਼ੀ ਨਾਲ ਕਰਾਉਂਦੇ ਹੋ, ਉਹ ਤਾਂ ਸਾਰਾ ਸੈਂਟਰ ਸਰਕਾਰ ਦੇ ਅਧੀਨ ਹੈ, ਇਹ ਵੀ ਇੱਕ ਐਕਟ ਦੇ ਅਧੀਨ ਬਣੀ ਹੋਈ ਹੈ। ਸਾਰਾ ਕੁਝ ਸਰਕਾਰੀ ਇੱਕ ਸਿਸਟਮ ਦੇ ਵਿੱਚ ਕਾਨੂੰਨੀ ਤੌਰ 'ਤੇ ਸਾਰਾ ਚੱਲਦਾ ਹੈ। ਔਰ ਜਿਹੜਾ ਇਹ ਕਹਿੰਦੇ ਨੇ ਕਿ ਸਾਨੂੰ ਕਿਸੇ ਹੋਰ ਦੀ ਲੋੜ ਨਹੀਂ, ਅਸੀਂ ਖੁਦ ਸਖਤ ਕਾਰਵਾਈ ਕਰ ਲਾਂਗੇ, ਤਾਂ ਮੈਂ ਪੁੱਛਣਾ ਚਾਹੁੰਦਾ ਸ਼੍ਰੋਮਣੀ ਕਮੇਟੀ ਦੇ ਕਿਹੜੇ ਕੈਦਖਾਨੇ ਬਣਾਏ ਗਏ ਨੇ? ਸ਼੍ਰੋਮਣੀ ਕਮੇਟੀ ਕੋਲ ਕਿਹੜੀਆਂ ਜੇਲ੍ਹਾਂ ਨੇ? ਕੀ ਕਰੋਗੇ ਤੁਸੀਂ ਜਿਨ੍ਹਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਦੀ, ਮੈਂ ਬੇਅਦਬੀ ਲਫ਼ਜ਼ ਵਰਤਾਂਗਾ ਕਿਉਂਕਿ ਉਹ ਪਾਵਨ ਸਰੂਪ ਪਤਾ ਨਹੀਂ ਕਿਸ ਹਾਲਤ ਦੇ ਵਿੱਚ ਨੇ, ਜਿਨ੍ਹਾਂ ਨੇ ਇਹੋ ਜਿਹੇ ਹਾਲਾਤ ਬਣਾਤੇ ਕਿ ਕੱਲ ਅਸੀਂ ਪਿਛਲੇ ਦਿਨਾਂ 'ਚ ਸੌਦਾ ਸਾਧ ਵਰਗਿਆਂ ਨੂੰ ਕਹਿੰਦੇ ਰਹੇ ਹਾਂ ਜਿਹੜੇ ਪੰਥ ਵਿਰੋਧੀ ਸੀਗੇ, ਤੇ ਹੁਣ ਅਸੀਂ ਸਾਡੀ ਸਰਮੌਰ ਸੰਸਥਾ ਸ਼੍ਰੋਮਣੀ ਕਮੇਟੀ, ਸਾਡਾ ਮਤਲਬ ਬਣੂਗਾ ਕੀ ਸਿੱਖਾਂ ਦਾ? ਤਾਂ ਅਸੀਂ ਜਿਹੜਾ ਕਿਹਦੇ ਤੇ ਕੀ ਰੋਸ ਕਰਾਂਗੇ? ਮਤਲਬ ਇਹ ਹੁਣ ਤੱਕ ਇਹਨਾਂ ਨੇ ਕੀਤਾ ਕੀ ਹੈ? ਕੋਈ ਕੈਦਖਾਨਾ ਬਣਾਇਆ ਜਾਂ ਹੁਣ ਤੱਕ ਕਿੰਨਿਆਂ ਨੂੰ ਆਪਣੀ ਜੇਲ੍ਹ ਦੇ ਵਿੱਚ ਭੇਜਿਆ ਇਹਨਾਂ ਨੇ? ਕੋਈ ਐਸਾ ਪ੍ਰਬੰਧ ਨਹੀਂ। ਇਸ ਤੋਂ ਪਹਿਲਾਂ ਵੀ ਜਿਹੜੇ ਐਸਜੀਪੀਸੀ ਦੇ ਬਹੁਤ ਸਾਰੇ ਮੁਲਾਜ਼ਮ ਨੇ, ਉਹਨਾਂ ਦੇ ਖਿਲਾਫ ਐਸਜੀਪੀਸੀ ਪਰਚੇ ਦਰਜ ਕਰਾਉਂਦੀ ਰਹੀ ਹੈ, ਅਦਾਲਤਾਂ 'ਚ ਜਾਂਦੀ ਰਹੀ ਹੈ। ਔਰ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਹਨਾਂ ਦੀਆਂ ਜਾਂਚਾਂ ਜਿਹੜੀਆਂ ਨੇ, ਇਹਨਾਂ ਦੇ ਫੈਸਲੇ ਕਿਸ ਕਿਸਮ ਦੇ ਨੇ। ਮੈਂ ਤੁਹਾਨੂੰ ਸਿਰਫ ਇੱਕ ਉਦਾਹਰਨ ਦੇ ਦਿੰਦਾ। ਧਨਵੰਤ ਸਿੰਘ ਜਿਹੜਾ ਸਾਧ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀਗਾ, ਜਦੋਂ ਜੋਗਿੰਦਰ ਸਿੰਘ ਬਦੰਤੀ ਜਥੇਦਾਰ ਸੀ, ਉਹਨਾਂ ਨੇ ਜਾਂਚ ਕਮੇਟੀ ਬਣਾਤੀ, ਉਹਦੇ ਵਿੱਚੋਂ ਤਾਂ ਉਹਨੂੰ ਮਾਮੂਲੀ ਜੀ ਸਜ਼ਾ ਦੇ ਕੇ ਮਤਲਬ ਐਂ ਕਹਿ ਲਓ ਇੱਕ ਤਰ੍ਹਾਂ ਦਾ ਬਰੀ ਕਰ ਦਿੱਤਾ ਸੀ। ਦੇਖੋ ਸ਼ਿਕਾਇਤਕਰਤਾ ਵੀ ਸੇਮ, ਸ਼ਿਕਾਇਤ ਵੀ ਸੇਮ। ਜਦੋਂ ਉਹ ਇੱਕ ਦੁਨਿਆਵੀ ਅਦਾਲਤ ਦੇ ਵਿੱਚ ਚਲੇ ਗਏ ਉਸ ਬੱਚੀ ਦੇ ਮਾਪੇ, ਤਾਂ ਉਸੇ ਧਨਵੰਤ ਸਿੰਘ ਨੂੰ ਜੇਲ੍ਹ ਹੋਈ, ਕੈਦ ਹੋਈ। ਸੋ ਇਸ ਕਰਕੇ ਇਹਨਾਂ ਦੇ ਕੋਈ ਮਤਲਬ ਬਾਹਲੇ ਵਧੀਆ ਫੈਸਲੇ ਨਹੀਂ ਹੁੰਦੇ।
ਤਾਂ ਇਹ ਯਤਨ ਕਰ ਰਹੇ ਨੇ, ਇਹ ਫੌਜਦਾਰੀ ਮੁਕੱਦਮੇ ਤੋਂ ਇਸ ਕਰਕੇ ਭੱਜ ਰਹੇ ਨੇ ਕਿਉਂਕਿ ਇਹਨਾਂ ਨੂੰ ਡਰ ਲੱਗ ਰਿਹਾ ਹੈ ਕਿ ਜਦੋਂ ਮੁਲਾਜ਼ਮਾਂ ਦੇ ਉੱਤੇ ਡੰਡਾ ਚੜੂਗਾ ਤਾਂ ਮੁਲਾਜ਼ਮਾਂ ਨੇ ਜਿਹੜੇ ਸਾਡੇ ਰਾਜਨੀਤਿਕ ਰਹਿਬਰ ਨੇ ਜਿਨ੍ਹਾਂ ਦੀਆਂ ਜੇਬਾਂ 'ਚੋਂ ਅਸੀਂ ਨਿਕਲੇ ਆ ਤਾਂ ਉਹ ਉਹਨਾਂ ਦੇ ਵਿੱਚ ਸਾਰਾ ਵੇਰਵਾ ਆਉਣਾ ਹੈ। ਇਸ ਕਰਕੇ ਇਹ ਡਰ ਕੇ ਜਿਹੜਾ ਭੱਜ ਰਹੇ ਆ ਜੀ। ਯਾਨੀ ਕਿ ਕਾਨੂੰਨੀ ਹੈਲਪ ਲੈਣੀ ਚਾਹੀਦੀ ਆ, ਕਾਨੂੰਨੀ ਮਦਦ ਲੈਣੀ ਚਾਹੀਦੀ ਹੈ ਇਸ ਮਾਮਲੇ 'ਚ। ਬਿਲਕੁਲ ਜੀ, ਕਾਨੂੰਨੀ ਮਦਦ ਤੋਂ ਬਿਨਾ ਕੋਈ ਮਸਲਾ ਹੱਲ ਹੋ ਹੀ ਨਹੀਂ ਸਕਦਾ। ਮੈਂ ਇਹ ਕਹਿਣਾ ਚਾਹੁੰਦਾ, ਵੇਖੋ ਇਹ ਬੜਾ ਜ਼ਰੂਰੀ, ਸਾਰੇ ਸਰੋਤਿਆਂ ਨੂੰ ਬਹੁਤ ਇੰਪੋਰਟੈਂਟ ਗੱਲ ਸਮਝਣ ਵਾਲੀ ਹੈ ਕਿ ਜਿਹੜੇ ਅਸੀਂ ਬਾਹਰਲੇ ਪਾਸੇ ਕੰਮ ਕਰਦੇ ਹਾਂ, ਸਾਡੇ ਵੀਰ ਸੰਗਠਨ ਵਾਲੇ ਨੇ ਜਾਂ ਹੋਰ ਜਥੇਬੰਦੀਆਂ ਨੇ, ਅਸੀਂ ਬਾਹਰੋਂ ਗੱਲਾਂ ਕਰਦੇ ਹਾਂ, ਦੱਸਦੇ ਹਾਂ ਜਿੰਨਾ ਸਾਨੂੰ ਰਿਕਾਰਡ ਮਿਲਦਾ, ਪਰ ਇੱਕ ਬੰਦੇ ਨੇ ਵਿੱਚ, ਮੈਂ ਤੁਹਾਨੂੰ ਜਿਹੜਾ 2 ਉਦਾਹਰਨਾਂ ਦੇ ਦਿੰਦਾ ਜੀ। ਅੱਜ ਉਦਾਹਰਨ ਵੱਖਰੀ ਹੈ ਪਰ ਇਹਦੇ ਨਾਲ ਸਮਝ ਆ ਜੂਗੀ ਗੱਲ ਕਿ ਅੱਜ DGP ਰਿਹਾ ਜਿਹੜਾ ਬੰਦਾ ਸੁਮੇਧ ਸਿੰਘ ਸੈਣੀ, ਐਡਾ ਵੱਡਾ ਪਾਵਰਫੁਲ ਬੰਦਾ, ਅੱਜ ਉਹ ਭਗੌੜਾ ਹੋ ਗਿਆ। ਇਹ ਵੱਖਰਾ ਵਿਸ਼ਾ ਕਿ ਕੀ ਉਹ ਸਾਰੀ ਮਸ਼ੀਨਰੀ ਤੋਂ ਜਿਹੜਾ ਭਗੌੜਾ ਹੋ ਸਕਦਾ ਜਾਂ ਨਹੀਂ, ਪਰ ਉਹਨੂੰ ਭਗੌੜਾ ਹੋਣਾ ਪੈ ਗਿਆ, ਛੁਪਣਾ ਪੈ ਗਿਆ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਕਿ ਜਿਹੜੇ ਸੁਮੇਧ ਸੈਣੀ ਦੇ ਨਾਲ ਬੰਦੇ ਕੰਮ ਕਰਦੇ ਸੀ, ਜੰਗੀਰ ਤੇ ਕੁਲਦੀਪ, ਜਦੋਂ ਉਹ ਸਰਕਾਰੀ ਗਵਾਹ ਬਣ ਗਏ, ਜਦੋਂ ਜੰਗੀਰ ਸਿੰਘ ਨੇ ਇਹ ਗੱਲ ਦੱਸ ਦਿੱਤੀ ਕਿ ਕਿਵੇਂ ਇਸ ਦੁਸ਼ਟ ਨੇ, ਸੁਮੇਧ ਸੈਣੀ ਨੇ, ਪ੍ਰੇਮ ਮਲਕ ਜਿਹੜਾ ਇੰਸਪੈਕਟਰ ਸੀਗਾ, ਉਹਦੇ ਤੋਂ ਮੈਂ ਲਫ਼ਜ਼ ਵਰਤਾਂਗਾ, ਮਾਫੀ ਚਾਹੁੰਦਾ, ਵੀ ਇਸ ਤਰ੍ਹਾਂ ਵਾਪਰਿਆ, ਮੁਲਤਾਨੀ ਜੀ ਦੇ ਪਿੱਛੇ ਡੰਡਾ ਦਿੱਤਾ ਗਿਆ, ਉਹਦੇ ਪਿੱਛੇ ਡੰਡਾ ਦੇ ਕੇ ਫਿਰ ਠੁੱਡੇ ਮਰਵਾਏ ਗਏ, ਉਸ ਡੰਡੇ ਨੂੰ ਪਿੱਛੇ ਡੰਡਾ ਧੱਕ ਕੇ ਬੁਰੀ ਤਰ੍ਹਾਂ, ਤਾਂ ਉਹਨੂੰ ਇਸ ਤਰੀਕੇ ਨਾਲ ਤਸ਼ੱਦਦ ਕਰਕੇ ਉਹਨੂੰ ਸ਼ਹੀਦ ਕੀਤਾ, ਮਾਰਿਆ। ਤਾਂ ਮਤਲਬ ਜੇ ਹੁਣ ਉਹ ਜੰਗੀਰ ਸਿੰਘ ਹੋਰੀ, ਕੁਲਦੀਪ ਹੋਰੀ ਇਹ ਭੇਦ ਨਾ ਖੋਲ੍ਹਦੇ ਤਾਂ ਅੱਜ ਸੁਮੇਧ ਸੈਣੀ ਨੂੰ ਮਤਲਬ ਕੋਈ ਭੱਜਣ ਦੀ ਲੋੜ ਨਹੀਂ ਸੀ ਪੈਣੀ। ਦੂਜੀ ਘਟਨਾ ਬਰਗਾੜੀ ਕਾਂਡ ਦੇ ਵਿੱਚ, ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਤੁਸੀਂ ਵੇਖੋ ਕਿ ਚਰਨਜੀਤ ਸ਼ਰਮਾ ਦੇ ਅਧੀਨ ਜਿਹੜਾ ਬੰਦਾ ਕਦੇ ਕੰਮ ਕਰਦਾ ਰਿਹਾ, SHO ਪ੍ਰਦੀਪ ਸਿੰਘ, ਅੱਜ ਉਹ ਸਰਕਾਰੀ ਗਵਾਹ ਬਣਿਆ। ਹੁਣ ਚਾਂਸ ਬਣੇ ਨੇ ਕਿ ਗੱਲ ਸਾਹਮਣੇ ਆਊਗੀ। ਸੋ ਇਸ ਕਰਕੇ ਜਦੋਂ ਵਿਚਲੇ ਬੰਦੇ ਕੋਈ ਭੇਦ ਖੋਲ੍ਹਦੇ ਨੇ ਤਾਂ ਸਾਰੀ ਗੱਲ ਸਾਹਮਣੇ ਆ ਜਾਂਦੀ ਹੈ। ਤਾਂ ਜਦੋਂ ਇਹ ਜਿਹੜੇ ਅਧਿਕਾਰੀ ਸੀਗੇ ਜਿਨ੍ਹਾਂ ਦੇ ਉੱਤੇ ਗੱਲ ਚੱਲ ਰਹੀ ਸੀ, 15 ਲਗਭਗ ਅਧਿਕਾਰੀ ਨੇ ਜਿਹੜੇ ਦੋਸ਼ੀ ਮੰਨੇ ਗਏ, ਤਾਂ 15 ਅਧਿਕਾਰੀਆਂ ਦੇ ਉੱਤੇ ਜਦੋਂ ਫੌਜਦਾਰੀ ਕੇਸ ਹੁੰਦਾ, ਹਾਲਾਂਕਿ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਸਿਰਫ ਉਹ ਅਧਿਕਾਰੀਆਂ ਦਾ ਹੀ ਕਸੂਰ ਹੈਗਾ, ਪਰ ਜਦੋਂ ਉਹਨਾਂ ਤੇ ਕੇਸ ਹੁੰਦਾ, ਜਦੋਂ ਆਪਣੇ ਤੇ ਪੈਂਦੀ ਹੈ, ਬੰਦਾ ਫਿਰ ਸਾਰਾ ਸੱਚ ਦਾ ਸਾਹਮਣੇ ਦੱਸਦਾ ਕਿ ਨਹੀਂ ਜੀ ਤਾਂ ਸਾਤੋਂ ਕਰਵਾਇਆ ਕਿਹਨੇ ਸੀਗਾ। ਇਹ ਸਰੂਪ 328 ਸਰੂਪ ਹੁਣ ਹੋ ਗਏ। ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਦਾਅਵੇ ਨਾਲ ਕਿ ਜਿਹੜੇ ਹਾਲਾਤ ਨੇ, ਜੇ ਇਮਾਨਦਾਰੀ ਨਾਲ ਉੱਥੇ ਛਾਣਬੀਣ ਹੋਵੇ, ਸੈਂਕੜਿਆਂ 'ਚ ਨਹੀਂ, ਉੱਥੇ ਹਜ਼ਾਰਾਂ ਦੇ ਵਿੱਚ ਸਰੂਪਾਂ ਦਾ ਘਪਲਾ ਹੋਇਆ ਹੋਇਆ, ਹਜ਼ਾਰਾਂ ਦੇ ਵਿੱਚ ਹੋਇਆ ਹੋਇਆ, ਤਾਂ ਉਹ ਸਾਰਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਸਕਦਾ। ਜਿਹੜਾ ਇਹ ਫੌਜਦਾਰੀ ਮੁਕੱਦਮੇ ਦੀ ਗੱਲ ਸ਼੍ਰੋਮਣੀ ਕਮੇਟੀ ਵਾਲੇ ਪਹਿਲਾਂ ਕਰਦੇ ਸੀ, ਉਹਦੇ ਤੇ ਜੇ ਖੜੇ ਰਹਿਣ, ਪਰ ਉਹਦੇ ਤੋਂ ਯੂ ਟਰਨ ਲੈ ਗਏ, ਕਿਉਂਕਿ ਇਹਨਾਂ ਨੂੰ ਸਾਰਾ ਪਤਾ ਹੈ ਕਿ ਇਹਦੇ ਵਿੱਚ ਸਾਡਾ ਜਿਹੜਾ ਰਹਿਬਰ ਹੈ, ਜਿਨ੍ਹਾਂ ਦੇ ਲਿਫਾਫਿਆਂ 'ਚੋਂ ਅਸੀਂ ਨਿਕਲਦੇ ਹਾਂ ਬਾਦਲਾਂ ਤੋਂ, ਉੱਥੋਂ ਗੱਲ ਉੱਥੇ ਤੱਕ ਅੱਪੜ ਜਾਣੀ ਹੈ। ਇਹ 328 ਸਰੂਪਾਂ ਦਾ ਜਿਹੜਾ ਸਾਰਾ ਮਸਲਾ ਲਾਪਤਾ ਦਾ, ਇਹਦੀਆਂ ਤਾਰਾਂ ਵੀ ਬਾਦਲਾਂ ਤੱਕ ਜਾਣਗੀਆਂ ਜੇ ਇਮਾਨਦਾਰੀ ਨਾਲ ਜਿਹੜੀ ਜਾਂਚ ਹੁੰਦੀ ਹੈ। ਤੁਹਾਨੂੰ ਕੀ ਲੱਗਦਾ, ਵਿਧਾਨ ਸਭਾ ਚੋਣਾਂ ਆ ਰਹੀਆਂ ਨੇ, ਆਉਣ ਵਾਲੇ 1.5 ਸਾਲ ਤਕਰੀਬਨ ਰਹਿ ਗਿਆ, ਬਈ ਰਾਜਨੀਤਿਕ ਵੀ ਮਤਲਬ ਤਾਲਮੇਲ ਚੱਲ ਰਹੇ ਨੇ ਜੋ ਵੀ ਇਹ ਫੈਸਲੇ ਹੋ ਰਹੇ ਨੇ? ਬਿਲਕੁਲ ਜੀ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ 2016 ਦੇ ਵਿੱਚ ਜਿਹੜੇ ਪਾਵਨ ਸਰੂਪ ਜਦੋਂ ਅਗਨ ਭੇਟ ਹੋਏ, ਉਹ ਮਸਲੇ ਨੂੰ ਵੀ ਵਿਧਾਨ ਸਭਾ ਚੋਣਾਂ ਉਦੋਂ 2017 'ਚ ਆਉਣੀਆਂ ਸੀ, ਉਸ ਮਸਲੇ ਨੂੰ ਵੀ ਸੁਖਵੀਰ ਹੋਰਾਂ ਨੇ ਇਸੇ ਕਰਕੇ ਦਬਾਇਆ ਸੀਗਾ। ਸਨ 2015 ਵਿੱਚ ਬੇਅਦਬੀ ਘਟਨਾਕ੍ਰਮ ਕਰਕੇ ਬਾਦਲ ਦਾ ਟੱਬਰ ਖਾਸ ਤੌਰ ਤੇ ਘਿਰਿਆ ਹੋਇਆ ਸੀ, ਬਾਦਲ ਗਰੁੱਪ ਸਾਰਾ ਜਨਤਾ ਦੇ ਵਿੱਚ, ਲੋਕਾਂ ਦੀ ਕਚਹਿਰੀ 'ਚ ਦੋਸ਼ੀ ਸੀਗੇ। ਤਾਂ ਜਦੋਂ 2016 ਦੇ ਵਿੱਚ, ਮੇਰਾ ਖਿਆਲ ਹੈ 18 ਮਈ 2016 ਦੀ ਇਹ ਘਟਨਾ ਵਾਪਰੀ, ਕੁਝ ਸਰੂਪ ਅਗਨ ਭੇਟ ਹੋਏ, ਤਾਂ ਉੱਥੇ ਇਹਨਾਂ ਨੇ ਸਿਰਫ 5 ਸਰੂਪ ਅਗਨ ਭੇਟ ਔਰ ਉਹਦੇ ਨਾਲ ਜਿਹੜਾ 9 ਸਰੂਪ ਕਹਿੰਦੇ ਸੀ ਕਿ ਪਾਣੀ ਨਾਲ ਨੁਕਸਾਨੇ ਗਏ। ਪਰ ਉਹ ਤਾਂ ਹੁਣ ਆਫਿਸ ਨੋਟ ਉਹ ਸੰਗਠਨ ਵਾਲੇ ਵੀਰਾਂ ਨੇ ਕੱਢ ਲਿਆਂਦਾ ਇਹਨਾਂ ਦਾ ਸਾਰਾ ਰਿਕਾਰਡ ਕਿ 80 ਸਰੂਪ ਉਸ ਵਕਤ ਨੁਕਸਾਨੇ ਗਏ ਸੀਗੇ। ਉਹਦਾ ਕੋਈ ਸਮਾਗਮ ਪਛਤਾਵਾ ਨਹੀਂ ਕੀਤਾ, ਕੋਈ ਕੁਛ ਨਹੀਂ ਕੀਤਾ। ਪਹਿਲਾਂ ਇਹਨਾਂ ਨੇ ਹੁਣ ਤੱਕ ਜਿਹੜਾ ਮਸਲਾ ਦੱਬ ਕੇ ਰੱਖਿਆ, ਉਹ ਇਸੇ ਕਰਕੇ ਦੱਬ ਕੇ ਰੱਖਿਆ ਕਿ 2017 ਦੀਆਂ ਚੋਣਾਂ ਨੇੜੇ ਨੇ। ਸੋ ਹੁਣ ਵੀ ਇਹਨਾਂ ਨੂੰ ਇਹੀ ਲੱਗ ਰਿਹਾ ਕਿ ਜਿਹੜੀਆਂ ਚੋਣਾਂ ਨੇ ਉਹ ਨੇੜੇ ਆ ਰਹੀਆਂ ਨੇ, ਤਾਂ ਮਤਲਬ ਇਹ ਹੈ ਜੀ, ਮੈਂ ਕਹਿੰਦਾ ਇਹ ਮੱਸੇ ਰੰਗੜ ਤੋਂ ਅੱਗੇ ਲੰਘੇ,
ਇਹ ਸੌਦੇ ਸਾਧ ਤੋਂ ਅੱਗੇ ਲੰਘ ਗਏ। ਅਬਦਾਲੀ ਇਹਨਾਂ ਨੇ ਪਿੱਛੇ ਛੱਡਤਾ। ਇਹ ਤਾਂ ਜੀ ਸਾਡੇ ਗੁਰੂ ਨੂੰ ਵੇਚਣ ਲੱਗੇ ਨੇ ਸਿਰਫ ਸਿਆਸਤ ਲਈ, ਚੰਦ ਵੋਟਾਂ ਲਈ। ਡੁੱਬ ਕੇ ਮਰ ਜਾਣਾ ਚਾਹੀਦਾ ਸੁਖਵੀਰ ਨੂੰ, ਬਾਦਲ ਨੂੰ ਤੇ ਇਹਨਾਂ ਦੇ ਸਾਰੇ ਕੋੜਮਿਆਂ ਲੌਂਗੋਵਾਲ ਹੋਰਾਂ ਨੂੰ, ਜਿਹੜੇ ਕਹਿੰਦੇ ਨੇ ਸ਼੍ਰੋਮਣੀ ਕਮੇਟੀ ਸਿਰਮੌਰ ਸੰਸਥਾ ਹੈ। ਮੈਂ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਜੇ ਕੋਈ ਮੰਨ ਲਓ ਭਾਰਤ ਸਰਕਾਰ ਮੁਰਦਾਬਾਦ ਕਹਿੰਦਾ ਹੈ, ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਭਾਰਤ ਮੁਰਦਾਬਾਦ ਕਹਿ ਰਿਹਾ ਹੈ। ਜੇ ਅਸੀਂ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਨੂੰ ਕਟਹਿਰੇ 'ਚ ਖੜਾ ਕਰਦੇ ਹਾਂ, ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹ ਸ਼ਹੀਦਾਂ ਨੂੰ ਜਾਂ ਸਾਡੇ ਪਵਿੱਤਰ ਸਿਧਾਂਤਾਂ ਨੂੰ ਕਟਹਿਰੇ ਵਿੱਚ ਖੜਾ ਕਰ ਰਹੇ ਹਾਂ। ਸੋ ਇਹ ਜਾਣਬੁੱਝ ਕੇ ਗੁੰਮਰਾਹ ਕਰਦੇ ਨੇ। ਇਹੋ ਜਿਹੇ ਜਿਹੜੇ ਲੋਕ ਨੇ ਉਹਨਾਂ ਤੋਂ ਸਾਨੂੰ ਸਾਵਧਾਨ ਰਹਿਣਾ ਪਊਗਾ। ਤੇ ਸਾਰਾ ਇਹ ਪੋਲੀਟੀਕਲੀ ਸਾਰਾ ਇਹ ਵਿਚਰਦੇ ਆ ਜੀ। ਤੇ ਰਿਪੋਰਟ ਜਿਹੜੀ ਵੀ ਜਨਤਕ ਕੀਤੀ ਆ ਐਸਜੀਪੀਸੀ ਪ੍ਰਧਾਨ ਨੇ, ਕੀ ਲੱਗਦਾ ਤੁਹਾਨੂੰ ਸਿੱਖ ਸੰਤੁਸ਼ਟ ਹੋਣਗੇ? ਸਿੱਖ ਸੰਤੁਸ਼ਟ ਉਸ ਦਿਨ ਹੋਣਗੇ ਜਿਹੜੇ ਪਾਵਨ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨੇ, ਉਹ ਦੱਸਣ ਇਹ ਗਏ ਕਿੱਥੇ ਨੇ। ਇੰਨੀ ਗੱਲ ਕਹਿ ਕੇ ਖਹਿੜਾ ਨਹੀਂ ਛੁੱਟਣਾ ਕਿ ਜੀ ਸਰੂਪ ਤਾਂ ਜੀ ਮਤਲਬ ਸਿਰਫ ਸਰੂਪ ਦੇਤੇ ਸੰਗਤ ਨੂੰ, ਸਰੂਪ ਸੰਗਤ ਨੂੰ ਦੇਤੇ ਤੇ ਪੈਸੇ ਜਿਹੜੇ ਸੀਗੇ ਉਹ ਸਾਡੇ ਮੁਲਾਜ਼ਮਾਂ ਨੇ ਆਪ ਰੱਖਣੇ ਸੀ, ਇਸ ਕਰਕੇ ਉਹਨਾਂ ਨੇ ਮਤਲਬ ਕੁਝ ਨਹੀਂ ਕਰਿਆ। ਤਾਂ ਮਤਲਬ ਸਿਰਫ ਪੈਸੇ ਦਾ ਮਸਲਾ ਨਹੀਂ, ਉਹ ਸਰੂਪ ਗਏ ਕਿੱਥੇ। ਸੰਗਤ, ਇਹਨਾਂ ਨੂੰ ਤਾਂ ਸੌਦਾ ਸਾਧ ਵੀ ਸੰਗਤ ਲੱਗਦਾ, ਬਿਨਾਂ ਮੰਗਿਆ ਉਹਨੂੰ ਵੀ ਮਾਫੀ ਦਿੱਤੀ ਸੀਗੀ। ਸੋ ਇਸ ਕਰਕੇ ਇਹ ਸਰੂਪ ਹੋ ਸਕਦਾ, ਮੈਂ ਸਮਝਦਾ ਕਿ ਪੰਥ ਵਿਰੋਧੀਆਂ ਕੋਲ ਇਹਨਾਂ ਨੇ ਪਹੁੰਚਾਏ ਹੈ। ਕੀ ਉਹਨਾਂ ਸਰੂਪਾਂ ਦਾ ਹੋਇਆ ਕੁਝ ਪਤਾ ਨਹੀਂ। ਔਰ ਜੇ ਇਮਾਨਦਾਰੀ ਨਾਲ ਕੰਮ ਹੋਵੇ, ਹਜ਼ਾਰਾਂ ਸਰੂਪ ਜਿਹੜੇ ਨੇ ਘਪਲੇ, ਤੁਸੀਂ ਗੋਲਕਾਂ ਦੇ ਘਪਲੇ ਦੇਖੋ, ਗੋਲਕਾਂ ਖਾ ਕੇ ਨਹੀਂ ਰੱਜੇ ਇਹ ਦੁਸ਼ਟ ਹੈ। ਕਰੋੜਾਂ ਦੇ ਘਪਲੇ, ਕਦੇ ਘਿਓ ਦਾ ਘੁਟਾਲਾ ਸਾਹਮਣੇ ਆਉਂਦਾ, ਕਦੇ ਦਾਲਾਂ ਦਾ ਆਉਂਦਾ। ਉਹ ਸਾਡਾ ਗੁਰੂ ਤਾਂ ਛੱਡ ਦਿਓ, ਇਕੱਲੇ ਸਿੱਖਾਂ ਦਾ ਗੁਰੂ ਨਹੀਂ, ਮੁਸਲਮਾਨ, ਹਿੰਦੂ, ਈਸਾਈ, ਪੂਰੀ ਦੁਨੀਆ ਕਿੰਨਾ ਮਤਲਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਤਿਕਾਰ ਕਰਦੀ ਹੈ, ਅਦਬ ਕਰਦੀ ਹੈ। ਸਾਡੇ ਮਨ ਨੂੰ ਸ਼ਾਂਤੀ ਉਦੋਂ ਆਉਣੀ ਹੈ ਜਿਹੜੇ ਅਸਲ ਦੋਸ਼ੀ ਨੇ। ਇਹ ਬਹੁਤ ਵੱਡੀ ਅਵੱਗਿਆ, ਸੌਦਾ ਸਾਧ ਤੋਂ ਵੱਡੀ ਅਵੱਗਿਆ ਇਹਨਾਂ ਨੇ ਕੀਤੀ ਹੈ, ਅਪਰਾਧ ਕੀਤਾ। ਉਹਨਾਂ 'ਤੇ ਸਖਤ ਕਾਰਵਾਈ ਹੋਵੇ ਔਰ ਜਿਨ੍ਹਾਂ ਨੇ ਕਰਵਾਈ ਹੈ ਉਹਨਾਂ 'ਤੇ ਹੋਵੇ। ਸਾਡੇ ਪਾਵਨ ਸਰੂਪ ਗੁਰੂ ਸਾਹਿਬ ਮਹਾਰਾਜ ਜੀ ਦੇ ਜਿਹੜੇ ਉਹ ਸਾਰਿਆਂ ਦੇ ਸਾਹਮਣੇ ਆਉਣ, ਪਤਾ ਲੱਗੇ ਕਿੱਥੇ ਨੇ। ਔਰ ਇਹਨਾਂ ਨੇ ਵੱਡੇ ਵੱਡੇ ਘਪਲੇ ਨੇ। ਮੈਂ ਨਾਲ ਇਹ ਵੀ ਦੱਸਣਾ ਚਾਹੁੰਦਾ, ਪਿਛਲੇ ਦਿਨੀ ਪਤਾ ਲੱਗ ਚੁੱਕਿਆ ਉਸ ਗੱਲ ਦਾ ਵੀ, ਮੀਡੀਆ ਦੇ ਵਿੱਚ ਆ ਗਈ ਸਾਰੇ ਪਾਸੇ। ਇਹਨਾਂ ਨੇ ਤਾਂ 450 ਸਰੂਪ ਇੱਥੋਂ ਇੱਕ ਬੱਸ, ਇਹ ਤਾਂ ਬੱਸਾਂ ਦੀਆਂ ਬੱਸਾਂ ਇਹਨਾਂ ਨੇ ਖਪਾਤੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀਆਂ, ਪਤਾ ਨਹੀਂ ਕਿੱਥੇ ਨੇ। ਅੱਜ 450 ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਿਪ ਰਾਹੀਂ ਲੈ ਕੇ ਗਏ ਬੱਸ ਦੇ ਵਿੱਚ। ਇੱਦਾਂ ਵੈਨਕੂਵਰ ਬੰਦਰਗਾਹ ਦੇ ਉੱਤੇ ਬੱਸ ਖੜਾਈ ਰੱਖੀ। ਬੱਸ ਕਿਉਂ ਖੜਾਈ ਜੀ? ਕਿ ਜਿਹੜੇ ਬਾਦਲ ਕੇ ਲੀਡਰ ਨੇ ਉਹਨਾਂ ਨੇ ਉੱਥੇ ਪ੍ਰੋਗਰਾਮ ਬਣਾਇਆ ਸੀ ਕਿ ਇਹ ਬਾਦਲ ਕੇ ਲੀਡਰ ਜਾਣਗੇ ਨਾਲ ਸਾਰੇ ਕੈਨੇਡਾ ਦੇ ਵੱਡੇ ਗੁਰਦੁਆਰਿਆਂ 'ਚ, ਉੱਥੇ ਜਾ ਕੇ ਇਹ ਸਰੂਪ ਪਹੁੰਚਾਏ ਜਾਣਗੇ, ਨਗਰ ਕੀਰਤਨ ਕੱਢਾਂਗੇ, ਇਹ ਕਰਾਂਗੇ। ਮਤਲਬ ਤੁਸੀਂ ਵੇਖੋ ਕਿ ਗੁਰੂ ਪਾਤਸ਼ਾਹ ਦੇ 450 ਸਰੂਪਾਂ ਵਾਲੀ ਬੱਸ ਖੜਾਈ ਰੱਖੀ ਬੰਦਰਗਾਹ 'ਤੇ। ਇਹਨਾਂ ਕੋਲੇ ਟਾਈਮ ਨਹੀਂ ਸੀਗਾ, ਲੇਟ ਫੇਟ ਹੋ ਗਏ। ਤਾਂ ਉੱਥੇ ਕਿਸੇ ਨੂੰ ਪਤਾ ਲੱਗ ਗਿਆ, ਉਹਨੇ ਦੱਸਿਆ, ਉਹਨੂੰ ਦੇਖਿਆ ਕੀ ਹੈ ਇਸ ਬੱਸ ਵਿੱਚ ਇੱਦਾਂ ਖੜੀ ਹੈ। ਤਾਂ ਬੰਦਰਗਾਹ ਦੇ ਨੇੜੇ ਹੋਣ ਕਰਕੇ, ਤੁਹਾਨੂੰ ਪਤਾ ਨਵੀਂ ਕਰਕੇ ਉੱਥੇ ਸਰੂਪ ਸਾਰੇ ਸਲਾਬੇ ਗਏ। 450 ਸਰੂਪ ਸਲਾਬੇ ਗਏ, ਉਹ ਵੀ ਇਹਨਾਂ ਨੇ ਵਿੱਚ ਹੀ ਰਫਾ ਦਫਾ ਕਰਤਾ ਮਸਲਾ। ਸੋ ਇਸ ਕਰਕੇ ਇਹ ਸਾਡੇ ਗੁਰੂ ਨੂੰ ਕੱਖ ਮਤਲਬ ਬਹੁਤ ਇਹ ਹੋਰ ਤਰ੍ਹਾਂ ਵਰਤ ਰਹੇ ਨੇ, ਜਦੋਂ ਕਿ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਮਤਲਬ ਸਾਡੇ ਲਈ ਸਭ ਕੁਛ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨਾ ਕੋਏ। ਸੋ ਇਸ ਕਰਕੇ ਇਹ ਬਹੁਤ ਵੱਡੇ ਬੇਈਮਾਨ ਨੇ ਜੀ। ਤੇ ਇਹਨਾਂ ਤੋਂ ਖਹਿੜਾ ਛਡਾਉਣ ਦੇ ਲਈ ਵੀ ਪੰਥ ਨੂੰ ਇਕਮੁੱਠ ਹੋਣਾ ਪਊਗਾ, ਕਿਉਂਕਿ ਇਹ ਗੋਲਕਾਂ ਤੱਕ ਨਹੀਂ ਗੱਲ ਰਹੀ, ਹੁਣ ਗੁਰੂ ਸਾਹਿਬ ਤੱਕ ਪਹੁੰਚ ਗਈ। ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ 18 ਸਤੰਬਰ ਨੂੰ ਜਾਣਾ, ਉੱਥੇ ਮਤਲਬ ਨਤਮਸਤਕ ਹੋਣਾ ਤੇ ਮੁਆਫੀ ਮੰਗਣੀ ਆ ਸਾਰਿਆਂ ਨੇ। ਗੋਬਿੰਦ ਸਿੰਘ ਲੌਂਗੋਵਾਲ ਨੂੰ ਮੈਂ ਪੁੱਛਦਾ, ਉਹ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਕਰਕੇ ਲਾਪਤਾ ਤੇ ਮੱਥਾ ਟੇਕ ਕੇ 4 ਦਿਨ ਭਾਂਡੇ ਮਾਂਜ ਕੇ ਤੁਸੀਂ ਸਮਝਦੇ ਹੋ ਗੁਰੂ ਤੁਹਾਨੂੰ ਬਖਸ਼ ਲੂਗਾ? ਜਾਂ ਤੁਸੀਂ ਸੰਗਤ ਦੇ ਸਾਹਮਣੇ ਗੁਰੂ ਨੂੰ ਤਾਂ ਤੁਸੀਂ ਮੰਨਦੇ ਨਹੀਂ। ਜੇ ਗੁਰੂ ਨੂੰ ਮੰਨਦੇ ਹੋਵੋ, ਮੈਂ ਕਹਿੰਦਾ ਇਹਨਾਂ ਨੂੰ ਤਾਂ ਚੰਗੇ ਨੇ ਨਸ਼ਈ, ਜਿਹੜੇ ਨਸ਼ਿਆਂ ਦੇ ਵੀ ਆਦੀ ਹੋ ਗਏ ਪਰ ਗੁਰਦੁਆਰਾ ਸਾਹਿਬ ਜਾਂਦੇ ਨੇ। ਮੈਂ ਵੇਖਦਾ ਲੋਕਾਂ ਨੂੰ, ਜੇ ਉਹ ਕੋਈ ਨਸ਼ਾ ਪੱਤਾ ਕਰਦੇ ਨੇ, ਮੰਨ ਲਓ ਸ਼ਰਾਬੀ ਹੈ ਬੰਦਾ, ਉਹ ਕਹਿੰਦਾ ਮੈਂ ਗੁਰਦੁਆਰਾ ਸਾਹਿਬ ਵਾਲੀ ਗਲੀ ਵਿੱਚ ਦੀ ਨਹੀਂ ਲੰਘਣਾ ਕਿਉਂਕਿ ਮੈਂ ਹੁਣ ਪੈਗ ਲਾਇਆ। ਉਹ ਗੁਰੂ ਦਾ ਆਦਬ ਸ਼ਰਾਬੀ ਵੀ ਰੱਖਦੇ ਨੇ। ਗੋਬਿੰਦ ਸਿੰਘ ਲੌਂਗੋਵਾਲ, ਸੁਖਵੀਰ, ਰਜਿੰਦਰ ਮਹਿਤਾ, ਇਹਨਾਂ ਦਾ ਜਿਹੜਾ ਚਬਰ ਬੋਲਣ ਲੱਗ ਜਾਂਦਾ ਬਿਨਾਂ ਕਿਸੇ ਮਤਲਬ ਤੋਂ, ਬੇਬੁਨਿਆਦ ਬਿਆਨਬਾਜ਼ੀ ਕਰਦਾ ਹੈ, ਉਹ ਤੁਹਾਡੇ ਨਾਲੋਂ ਤਾਂ ਸ਼ਰਾਬੀ ਚੰਗੇ ਨੇ। ਤੁਹਾਡੇ ਨਾਲੋਂ ਤਾਂ ਉਹ ਤੰਬਾਕੂ ਖਾਣ ਵਾਲੇ ਚੰਗੇ ਨੇ। ਜੇ ਕਦੇ ਗੁਰਦੁਆਰਾ ਸਾਹਿਬ ਜਾਂਦੇ ਆ, ਪੁੜੀ ਦਾ ਬਾਹਰ ਰੱਖ ਕੇ ਜਾਂਦੇ, ਇੰਨਾ ਕੁ ਅਦਬ ਤਾਂ ਉਹ ਵੀ ਮੰਨਦੇ ਨੇ। ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਐਡੇ ਵੱਡੇ ਪੱਧਰ 'ਤੇ ਸਰੂਪ, ਉੱਥੇ ਬੁਰਜ ਜਵਾਹਰ ਸਿੰਘ ਵਾਲੇ ਇੱਕ ਸਰੂਪ ਚੋਰੀ ਹੋਇਆ,
ਅੱਗ ਲੱਗੀ ਪੂਰੇ ਪੰਜਾਬ ਦੇ ਵਿੱਚ। ਸਿੱਖਾਂ ਦੇ ਨਾਲ ਨੇ ਹਿੰਦੂਆਂ ਤੇ ਮੁਸਲਮਾਨਾਂ ਦੇ ਹਿਰਦੇ ਬਲੂੰਦਰੇ ਗਏ ਤੇ ਤੁਸੀਂ ਸੈਂਕੜਿਆਂ ਦਾ, ਇਹ ਤਾਂ ਸਿਰਫ ਉਹਨਾਂ ਘਪਲਾ ਹੈ ਜਿਹੜਾ ਸਾਹਮਣੇ ਆ ਗਿਆ। ਮੈਂ ਦਾਅਵੇ ਨਾਲ ਕਹਿੰਦਾ ਹਜ਼ਾਰਾਂ ਵਿੱਚ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਕਦਰੀ ਕਰਵਾਈ ਹੈ ਤੇ ਇਹ ਐਡੀ ਵੱਡੀ ਬੇਅਦਬੀ, ਐਡਾ ਵੱਡਾ ਅਪਰਾਧ ਕਰਕੇ ਇਹ ਗੁਰਦੁਆਰੇ ਮੱਥਾ ਟੇਕ ਕੇ 4 ਭਾਂਡੇ ਮਾਂਜ ਕੇ ਹੈਂ ਤੇ ਮਤਲਬ ਕੜਾਹ ਪ੍ਰਸ਼ਾਦ ਕਰਾ ਕੇ 2 ਅਖੰਡ ਪਾਠ ਸਾਹਿਬ ਕਰਾ ਕੇ 10, ਇਹਦੇ ਨਾਲ ਸੈੱਟ ਹੋ ਜੂ ਮਸਲਾ। ਇਹ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਕਾਨੂੰਨੀ ਕਾਰਵਾਈ ਤੋਂ ਬਿਨਾਂ ਇਹ ਜਿਹੜਾ ਸਾਰਾ ਇਹ ਗੈਂਗ ਹੈ ਜਿਹੜਾ ਇੱਥੇ ਸਾਰੀ ਜਿਹੜੀ ਇੱਥੇ ਅਪਰਾਧ ਵੱਡੇ ਵੱਡੇ ਹੋ ਰਹੇ ਨੇ ਉਹ ਸਾਹਮਣੇ ਨਹੀਂ ਆਉਣੇ। ਮੈਂ ਸਮਝਦਾ ਕਿ ਕਾਨੂੰਨੀ ਕਾਰਵਾਈ ਦੇ ਲਈ ਸਾਰੀ ਸੰਗਤ ਨੂੰ, ਉਸ ਸੰਗਠਨ ਨੂੰ ਬੇਨਤੀ ਕਰਦਾ, ਖੁਦ ਆਪ ਵਕੀਲ ਨੇ ਸਰਬਜੀਤ ਸਿੰਘ ਵੇਰਕਾ, ਜਸਟਿਸ ਅਜੀਤ ਸਿੰਘ ਬੈਂਸ ਜਿਹੜੇ ਜਿਨ੍ਹਾਂ ਦੀ ਅਗਵਾਈ ਸੰਗਠਨ ਚੱਲਦਾ, ਹੋਰ ਸਾਰੇ ਜ਼ਿੰਮੇਵਾਰ ਨੇ, ਉਹਨਾਂ ਦੀ ਇਸ ਮਿਹਨਤ ਨੂੰ ਵੀ ਸਲੂਟ ਕਰਦਾ ਔਰ ਨਾਲ ਬੇਨਤੀ ਕਰਦਾ ਕਿ ਉਹ ਜਾ ਕੇ ਇਹਨਾਂ ਨੂੰ ਉੱਥੇ ਕੋਰਟਾਂ ਦੇ ਵਿੱਚ ਘੇਰਨ। ਅਸੀਂ ਇਹਨਾਂ ਨੂੰ ਜਨਤਕ ਤੌਰ ਤੇ ਇੱਥੇ ਪ੍ਰਚਾਰ ਰਾਹੀਂ ਨੰਗਿਆਂ ਕਰ ਰਹੇ ਹਾਂ। ਸੋ ਇਹ ਹੁਣ ਮਤਲਬ ਪਾਣੀ ਸਿਰ ਤੋਂ ਉੱਪਰ ਹੋ ਗਿਆ, ਇਸ ਤੋਂ ਵੱਧ ਨਹੀਂ ਹੋ ਸਕਦਾ। ਤੁਹਾਨੂੰ ਲੱਗਦਾ ਵੀ ਐਸਜੀਪੀਸੀ ਤੇ ਯਕੀਨ ਨਹੀਂ ਰਿਹਾ ਲੋਕਾਂ ਨੂੰ, ਸਿੱਖਾਂ ਨੂੰ ਯਕੀਨ ਨਹੀਂ ਰਿਹਾ? ਦੇਖੋ ਜੀ, ਸਿੱਖ ਯਕੀਨ ਐਸਜੀਪੀਸੀ ਤੇ ਕਰਨ ਕਿਵੇਂ? ਇਹ ਗੱਲ ਖੁਦ ਐਸਜੀਪੀਸੀ ਵੀ ਕਬੂਲ ਕਰ ਚੁੱਕੀ ਹੈ ਕਿ ਉਹਨਾਂ ਨੂੰ ਯਕੀਨ ਨਹੀਂ। ਹੁਣ ਇਹ ਕਹਿੰਦੇ ਅਸੀਂ ਆਜ਼ਾਦ ਹਾਂ, ਸਾਡੇ ਤੇ ਯਕੀਨ ਬੜਾ। ਜੇ ਯਕੀਨ ਸੀਗਾ ਗੋਬਿੰਦ ਸਿੰਘ ਲੌਂਗੋਵਾਲ ਜੀ, ਤੁਹਾਨੂੰ ਮੈਂ ਪੁੱਛਦਾ ਤਾਂ ਜਿਹੜੀ ਜਾਂਚ ਕਮੇਟੀ ਬਣਾਈ ਉਹ ਤੁਸੀਂ ਬੀਬੀ ਰਿਟਾਇਰ ਜਸਟਿਸ ਨਵਤਾ ਸਿੰਘ ਕਿਉਂ ਲਿਆਂਦੀ? ਐਡਵੋਕੇਟ ਈਸਰ ਸਿੰਘ ਕਿੱਥੋਂ ਲਿਆਂਦਾ ਤੁਸੀਂ ਦੂਜੇ ਸੂਬੇ 'ਚੋਂ? ਤੇ ਜੇ ਤੁਹਾਡੇ ਤੇ ਯਕੀਨ ਸੀ ਤੁਸੀਂ ਇਮਾਨਦਾਰੀ ਨਾਲ ਕਰਦੇ, ਤੁਸੀਂ ਕੀਤਾ ਕੀ ਹੈ? ਇਹਨਾਂ ਤੇ ਕੋਈ ਯਕੀਨ ਨਹੀਂ ਔਰ ਗੈਰ ਕਾਨੂੰਨੀ ਢੰਗ ਨਾਲ ਇਹ ਚੱਲ ਰਹੇ ਨੇ। ਮੈਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਗੁਰਦੁਆਰਿਆਂ ਦੇ ਵਿੱਚ ਇਹਨਾਂ ਦਾ ਪ੍ਰਬੰਧ ਬਿਲਕੁਲ, ਦੇਖੋ ਦਸੰਬਰ 2016 'ਚ ਇਹਨਾਂ ਦੀ ਟਰਮ ਹੋ ਗਈ ਪੂਰੀ, ਇਹਨਾਂ ਦਾ ਕੋਈ ਹੱਕ ਨਹੀਂ ਹੁਣ ਉੱਥੇ ਰਹਿਣ ਦਾ। ਔਰ ਦੂਜਾ, ਇਹ ਸਾਡੇ ਪਾਤਸ਼ਾਹ ਦੀ ਬੇਅਦਬੀ ਤੱਕ ਪਹੁੰਚ ਕੇ ਗੋਲਕਾਂ ਲੁੱਟਦੇ ਤਾਂ ਇਹਨਾਂ ਤੋਂ ਮਤਲਬ ਸਾਡੇ ਗੁਰਦੁਆਰੇ ਜਿਹੜੇ ਨੇ ਆਜ਼ਾਦ ਕਰਾਓ, ਚੋਣਾਂ ਹੋਣ, ਸਮਰਪਿਤ ਭਾਵਨਾ ਵਾਲੇ ਬੰਦੇ ਅੱਗੇ ਆਉਣ। ਮਤਲਬ ਮੈਂ ਕਹਿੰਦਾ ਤੁਸੀਂ ਦੇਖੋ 328 ਸਰੂਪ ਇਹ ਨੇ, 125 ਸਰੂਪ ਤੇ 61 ਸਰੂਪ, ਇਹ ਸਰੂਪ ਜਿਹੜੇ ਵਾਧੂ ਅੰਕਾਂ ਦੇ ਉੱਤੇ, ਜਦੋਂ ਨਾ ਜੀ ਅਸਲ 'ਚ ਗੱਲ ਕੀ ਹੈ, ਜਦੋਂ ਸਰੂਪ ਛਾਪਣ ਨੂੰ ਅੰਕ ਦਿੱਤੇ ਜਾਂਦੇ ਹੈ, ਕੁਝ ਪੇਜ ਵੱਧ ਦਿੱਤੇ ਜਾਂਦੇ ਆ, ਕਈ ਵਾਰੀ ਕੋਈ ਪ੍ਰਿੰਟਿੰਗ ਵਿੱਚ ਪ੍ਰੋਬਲਮ ਆ ਜੇ ਤਾਂ ਵਰਤੇ ਜਾਣ, ਪਰ ਉਹਦਾ ਕੋਈ ਰਿਕਾਰਡ ਨਹੀਂ ਹੈ ਐਸਜੀਪੀਸੀ ਕੋਲ ਕਿ ਕਿੰਨੇ ਦੇਣੇ ਅੰਕ। ਉਹ ਵਾਧੂ ਸਰੂਪਾਂ ਦੇ ਉੱਤੇ ਵੀ ਵਾਧੂ ਅੰਕਾਂ ਦੇ ਉੱਤੇ 125 ਸਰੂਪ ਇੱਕ ਤੇ 61 ਸਰੂਪ ਇੱਕ, ਉਹ ਫਿਰ ਸਰੂਪ ਜਿਹੜੇ ਕਿ ਬਿਨਾਂ ਕਿਸੇ ਮਨਜ਼ੂਰੀ ਤੋਂ ਛਾਪੇ ਗਏ ਸੀਗੇ ਤਾਂ ਜੋ ਅਸੀਂ ਇੱਦਾਂ ਹੀ, ਮਤਲਬ ਇਹ ਬਹੁਤ ਵੱਡੇ ਘਪਲੇ ਨੇ ਜਿਹੜੇ ਸਾਹਮਣੇ ਆਉਣੇ ਚਾਹੀਦੇ ਨੇ। ਜਿਵੇਂ ਰਿਕਾਰਡ ਦੀ ਗੱਲ ਆ ਕਿ ਰਿਕਾਰਡ 'ਚ ਗੜਬੜੀ ਹੋਈ ਆ, ਉੱਥੇ ਭ੍ਰਿਸ਼ਟਾਚਾਰ ਹੋਇਆ, ਅਧਿਕਾਰੀਆਂ ਨੇ ਪੈਸੇ ਖਾ ਲਏ, ਰਸੀਦਾਂ ਨਹੀਂ ਕੱਟੀਆਂ, ਇਹ ਮਾਮਲੇ 'ਚ ਇਹਦਾ ਮਤਲਬ ਕੋਈ ਗੌਰ ਨਹੀਂ ਹੈ ਐਸਜੀਪੀਸੀ 'ਚ ਅਧਿਕਾਰੀਆਂ ਤੇ? ਗੋਬਿੰਦ ਸਿੰਘ ਲੌਂਗੋਵਾਲ ਜਾਂ ਸੁਖਵੀਰ ਹੋਰਾਂ ਨੂੰ ਮੈਂ ਸੁਖਵੀਰ ਨੂੰ ਇਸ ਕਰਕੇ ਨਾਲ ਕਹਿਣਾ ਕਿ ਵੇਖੋ ਕਿੱਡਾ ਸ਼ਾਤਰ ਪਰਿਵਾਰ ਹੈ ਇਹ, ਕਿੱਡਾ ਡਰਾਮੇਬਾਜ਼ ਪਰਿਵਾਰ ਹੈ ਇਹ। ਜਥੇਦਾਰ ਨਿਕਲਦਾ ਬਾਦਲਾਂ ਦੇ ਲਿਫਾਫੇ 'ਚੋਂ, ਸ਼੍ਰੋਮਣੀ ਕਮੇਟੀ ਪ੍ਰਧਾਨ ਨਿਕਲਦਾ ਬਾਦਲਾਂ ਦੇ ਲਿਫਾਫੇ 'ਚੋਂ, ਅੰਤਰਿੰਗ ਕਮੇਟੀ ਦੇ ਮੈਂਬਰ ਚੁਣੇ ਜਾਂਦੇ ਬਾਦਲਾਂ ਦੇ ਲਿਫਾਫੇ 'ਚੋਂ। ਤੇ ਜਦੋਂ ਕਿਤੇ ਬੇਅਦਬੀ ਵਰਗਾ ਇਸ ਤਰ੍ਹਾਂ ਦਾ ਘਟਨਾਕ੍ਰਮ ਵਾਪਰ ਜੇ, ਸਰੂਪ ਲਾਪਤਾ ਹੋ ਜਾਣ, ਉਦੋਂ ਦੋਨੇ ਪਿਓ ਪੁੱਤ ਮੂੰਹ 'ਚ ਘੁੰਗਣੀਆਂ ਪਾਈ ਰੱਖਦੇ ਆ ਜਿਵੇਂ ਕੋਈ ਮਸਲਾ ਨਹੀਂ ਹੁੰਦਾ। ਸੋ ਉਹ ਵੀ ਕਟਹਿਰੇ ਦੇ ਵਿੱਚ ਖੜੇ ਆ। ਇਸ ਕਰਕੇ ਮੈਂ ਕਹਿੰਦਾ ਕਿ ਇਹ ਹੁਣ ਉੱਥੇ ਜੇ ਅਧਿਕਾਰੀ ਕੋਈ ਮੰਨ ਲਓ ਮਨਮਾਨੀਆਂ ਕਰਦੇ ਨੇ ਇਹਨਾਂ ਦੇ ਕਹਿਣ ਮੁਤਾਬਕ, ਤਾਂ ਉਹ ਫਿਰ ਉਹਨਾਂ ਦੀ ਜਾਂਚ ਪੜਤਾਲ, ਉਹਨਾਂ ਦੀ ਗੌਰ ਕੌਣ ਕਰੂਗਾ? ਤੁਸੀਂ ਲੱਖਾਂ ਰੁਪਏ 'ਚ ਬੰਦੇ ਰੱਖੇ ਹੋਏ ਨੇ ਉੱਥੇ, ਹਾਂਜੀ। ਤੇ ਮਤਲਬ ਤੁਸੀਂ ਦੇਖੋ ਕਿ ਜਿਹੜਾ ਕੋਹਲੀ ਹੈ ਸੁਖਵੀਰ ਦਾ ਰਾਈਟ ਹੈਂਡ ਹੈ, ਉਹ ਤੋਂ ਉਹਨੂੰ ਲੱਖਾਂ ਰੁਪਈਆ ਲਟਾਉਂਦੇ ਰਹੇ, ਲੱਖਾਂ ਰੁਪਈਆ ਦਿੰਦੇ ਰਹੇ ਹੈ। ਹੁਣ ਉਹਦੇ ਤੋਂ ਕਹਿੰਦੇ ਨੇ ਵੀ 75% ਅਸੀਂ ਵਾਪਸ ਲੈਣਾ, ਕਰੋੜ ਦੇ ਲਗਭਗ 1 ਸਾਲ ਦੇ ਵਿੱਚ। ਉਹ ਗੁਰੂ ਕੀ ਗੋਲਕ ਦਾ ਪੈਸਾ ਹੈ, ਸੁਖਵੀਰ ਦੇ ਰਾਈਟ ਹੈਂਡ ਬੰਦੇ ਨੂੰ 1 ਕਰੋੜ ਰੁਪਈਆ ਦੇ ਦਿੰਦੇ ਆ ਸਾਲ ਦਾ, ਉਹਦੇ 'ਚੋਂ ਕਹਿੰਦੇ ਨੇ 75% ਜਿਹੜਾ ਅਸੀਂ ਹੁਣ ਵਾਪਸ ਲਵਾਂਗੇ ਅਜੇ ਕਹਿ ਰਹੇ ਆ। ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ ਕਿ ਤੁਸੀਂ ਦੁਨਿਆਵੀ ਅਦਾਲਤਾਂ ਦੇ ਵਿੱਚ ਪੈਸੇ ਇਕੱਠੇ ਕਰਨ ਵਾਪਸ ਲੈਣ ਲਈ ਤਾਂ ਤੁਸੀਂ ਜਾ ਰਹੇ ਹੋ ਹੈਂ, ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਨੂੰ ਵਾਪਸ ਮਿਲਣ ਉਹਦੇ ਲਈ ਤੁਸੀਂ ਅਦਾਲਤਾਂ ਜਾਂਦੇ ਨਹੀਂ। ਤੁਸੀਂ ਆਜ਼ਾਦ ਹਸਤੀ ਹੋ, ਤੁਸੀਂ ਗੱਲਾਂ ਕਰਦੇ ਹੋ ਵੱਡੀਆਂ। ਸੋ ਇਸ ਕਰਕੇ ਕੋਈ ਆਜ਼ਾਦ ਹਸਤੀ ਨਹੀਂ, ਇਹਨਾਂ ਦੀ ਬਹੁਤ ਲਿਮਟ ਹੈਗੀ ਆ ਛੋਟੀ ਜੀ। ਤੇ ਇਹ ਮਤਲਬ ਸਾਡੀ ਸਤਿਕਾਰਤ ਸੰਸਥਾ ਹੈ, ਸ਼ਹੀਦਾਂ ਨੇ ਹੋਂਦ ਵਿੱਚ ਲਿਆਂਦੀ ਹੈ, ਪਰ ਇੱਥੇ ਹੁਣ ਮੱਸੇ ਰੰਗੜ ਦੇ ਵਾਰਸ ਆ ਗਏ, ਇੱਥੇ ਨਰੈਣੂ ਮਹੰਤ ਦੇ ਵਾਰਸ ਆ ਗਏ, ਜਿਨ੍ਹਾਂ ਨੇ ਸਾਨੂੰ ਆਹ ਦਿਨ ਦਿਖਾਤੇ। ਕਿੱਡਾ ਮੈਂ ਕਹਿੰਦਾ ਦੁਨੀਆ ਦੀਆਂ ਕੌਮਾਂ ਕਿਵੇਂ ਵੇਖਦੇ ਹੋਣਗੇ ਸਾਡੇ ਕਣੀ ਕਿ ਸਿੱਖ ਕਰੋੜਾਂ ਦਾ ਬਜਟ ਵਾਲੇ ਲੋਕ ਹੈਂ, ਤੇ ਇਹ ਆਪਣੇ ਗੁਰੂ ਗ੍ਰੰਥ ਸਾਹਿਬ ਜਿਹਨੂੰ ਜਿਉਂਦਾ ਗੁਰੂ ਕਹਿੰਦੇ ਨੇ, ਜਿਹਨੂੰ ਸਤਿਕਾਰ ਦਿੰਦੇ ਨੇ, ਉਹਦੀ ਚਵਰ ਛਤਰ ਤਖਤ ਦੇ ਮਾਲਕ ਕਿੰਨਾ ਅਸੀਂ ਹੈ ਮਤਲਬ ਗੱਲਾਂ ਕਰਦੇ ਹਾਂ, ਤਾਂ ਉਹਦਾ ਵੀ ਅਸੀਂ ਖਿਆਲ ਨਹੀਂ ਰੱਖ ਸਕੇ। ਇਹ ਤਾਂ ਮਤਲਬ ਮੈਂ ਕਹਿੰਦਾ ਇਹ ਜਿਹੜਾ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਹੈ ਨਾ ਜੀ, ਇਹ ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਨਹੀਂ ਹੈਗੇ,
ਇਹ ਬਾਦਲ ਦੇ ਸੇਵਾਦਾਰ ਨੇ, ਇਹ ਗੱਲਾਂ ਇਹ ਕਹਿੰਦੇ ਵੀ ਰਹੇ ਨੇ। ਹੁਣ ਤਾਂ ਚਲੋ ਚਲੇ ਗਏ, ਪ੍ਰਮਾਤਮਾ ਅਕਾਲ ਚਲਾਣਾ ਕਰ ਗਏ ਆਪਣੇ ਮੱਕੜ ਹੋ ਰਹੀ। ਮੱਕੜ ਨੇ ਤਾਂ ਇੱਕ ਬਿਆਨ ਵੀ ਦਿੱਤਾ ਸੀਗਾ ਕਿ ਮੈਂ ਤਾਂ ਬਾਦਲ ਦਾ ਦਾਸ ਹਾਂ। ਇਹ ਗੁਰੂ ਗ੍ਰੰਥ ਸਾਹਿਬ ਦੇ ਦਾਸ ਨਹੀਂ, ਇਹ ਬਾਦਲਾਂ ਦੇ ਦਾਸ ਨੇ, ਸੌਦਾ ਸਾਧ ਦੇ ਦਾਸ ਨੇ। ਸੋ ਇਹਨਾਂ ਤੋਂ ਖਹਿੜਾ ਸੁਣਾਉਣਾ ਬਹੁਤ ਜ਼ਰੂਰੀ ਹੈ। ਇਦੋਂ ਵੱਧ ਹੁਣ ਮੈਂ ਪੰਜਾਬ ਦੇ ਸਿੱਖਾਂ ਨੂੰ, ਨੌਜਵਾਨਾਂ ਨੂੰ ਪੁੱਛਦਾ ਚਾਹੁੰਦਾ, ਇਦੋਂ ਵੱਧ ਹੋਰ ਕੀ ਵੇਟ ਕਰ ਰਹੇ ਹਾਂ ਅਸੀਂ? ਨੌਜਵਾਨ ਵੀਰੋ ਅੱਗੇ ਆਓ। ਇਹੋ ਜਿਹੇ ਲੋਕਾਂ ਨੂੰ ਜਿਹੜੇ ਮਤਲਬ ਸਾਡੇ ਸਿੱਖ ਕੌਮ ਦੀਆਂ ਮੰਜੀਆਂ ਤੇ ਬੈਠ ਕੇ ਕੌਮ ਦੀ ਦੁਰਦਸ਼ਾ ਕਰ ਰਹੇ ਨੇ, ਗੁਰੂ ਪੰਥ, ਗੁਰੂ ਗ੍ਰੰਥ ਦੇ ਸਿਧਾਂਤਾਂ ਦਾ ਮਲੀਆ ਮੇਟ ਕਰਨ ਲੱਗੇ ਨੇ, ਇਹਨਾਂ ਤੋਂ ਖਹਿੜਾ ਸੁਣਾਉਣਾ ਬਹੁਤ ਜ਼ਰੂਰੀ। ਜੇ ਰਿਕਾਰਡ 'ਚ ਵੀ ਗੜਬੜੀ ਹੋਈ ਹੈ ਤਾਂ ਕੀ ਸਜ਼ਾਵਾਂ ਮਿਲਣ ਤੇ ਕਿਵੇਂ ਕਾਰਵਾਈ ਹੋਵੇ, ਹੁਣ ਤੁਸੀਂ ਕੀ ਕਹੋਗੇ? ਦੇਖੋ ਜੀ, ਮੈਂ ਕਹਿੰਦਾ ਇਹ ਰਿਕਾਰਡ ਦੇ ਵਿੱਚ ਇਕੱਲੇ 'ਚ ਗੜਬੜੀ ਨਹੀਂ, ਗੜਬੜਾਂ ਬਹੁਤ ਨੇ, ਪਰ ਸਜ਼ਾਵਾਂ ਇਹ ਹੈ ਕਾਨੂੰਨੀ। ਉਹਨਾਂ ਤੇ ਫੌਜਦਾਰੀ ਮੁਕੱਦਮੇ ਜਦੋਂ ਚੱਲਣਗੇ, ਜਦੋਂ ਕਾਨੂੰਨ ਦੇ ਸਕੰਜੇ 'ਚ ਆਉਂਦਾ ਹੈ ਬੰਦਾ, ਫਿਰ ਉਹ ਬੋਲਦਾ, ਫਿਰ ਹੋਰ ਵੱਡੇ ਖੁਲਾਸੇ ਹੋਣਗੇ। ਇਹ ਤਾਂ ਇੱਕ ਗੱਲ ਸਾਹਮਣੇ ਆ ਗਈ, ਇੱਥੋਂ ਬਹੁਤ ਕੁਝ ਹੋਰ ਉੱਧੜਨਾ, ਅੱਗੇ ਤੱਕ ਗੱਲ ਜਾਣੀ ਹੈ। ਸੋ ਸਖਤ ਤੋਂ ਸਖਤ ਸਜ਼ਾਵਾਂ, ਕੋਈ ਐਸੀ ਸਜ਼ਾ ਮਿਲੇ ਜਿਹੜਾ ਦੁਨੀਆ ਯਾਦ ਰੱਖੇ ਵੀ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੱਲ ਇੱਦਾਂ ਕੋਈ ਅੱਖ ਚੱਕ ਕੇ ਨਾ। ਹੁਣ ਇਹਨਾਂ ਦੀ ਸਲਾਹ ਇਹੀ ਹੈ, ਨਹੀਂ ਜੀ ਅਸੀਂ ਤਾਂ ਜੀ ਕਰ ਦਾਂਗੇ ਸਖਤ ਕਾਰਵਾਈ, ਸਖਤ ਕੀ ਕਰ ਦੋਗੇ? ਫਾਂਸੀ ਲਾ ਦੋਗੇ ਤੁਸੀਂ ਉਹਨਾਂ ਨੂੰ ਜੇਲ੍ਹ 'ਚ ਸੁੱਟ ਸਕਦੇ ਹੋ? ਤੁਹਾਡੀ ਔਕਾਤ ਕੀ ਹੈ? ਇਹਨਾਂ ਦੀ ਜਿਹੜੀ ਰੇਂਜ ਹੈ ਸੰਭੂ ਬਾਰਡਰ 'ਤੇ ਮੁੱਕ ਜਾਂਦੀ ਹੈ ਜਾ ਕੇ। ਲਿਮਟਡ ਇਹਨਾਂ ਦੇ ਹੈਗਾ ਸਾਰਾ ਕੁਝ। ਸੋ ਇਸ ਕਰਕੇ ਇਹਨਾਂ ਦੇ ਪੱਲੇ ਕੱਖ ਨਹੀਂ। ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ, ਔਰ ਪਹਿਲਾਂ ਵੀ ਇਹ ਕਰਵਾਉਂਦੇ ਰਹੇ ਨੇ। ਖੁਦ ਵੀ ਇਹ ਅੰਤਰਿਮ ਕਮੇਟੀ ਨੇ ਜਿਹੜਾ ਪਿਛਲੇ ਦਿਨੀ ਕਿਹਾ ਸੀ ਇਹ ਫੌਜਦਾਰੀ ਕੇਸ ਜਿਹੜੇ ਨੇ ਉਹ ਹੋਣਗੇ ਤਾਂ ਮਤਲਬ ਹੋਣੇ ਚਾਹੀਦੇ ਨੇ। ਜੇ ਨਹੀਂ ਕਰਾਉਂਦੇ ਤਾਂ ਇਹਦਾ ਸਿੱਧਾ ਮਤਲਬ ਇਹ ਬਣੂਗਾ, ਇਹਨੂੰ ਚੈਲੰਜ ਵੀ ਕਰਨਗੇ ਸਾਡੇ ਸਤਿਕਾਰਯੋਗ ਵਕੀਲ, ਔਰ ਇਹਦਾ ਸਿੱਧਾ ਮਤਲਬ ਬਣੂਗਾ ਕਿ ਸਾਰਾ ਸੁਖਬੀਰ, ਪ੍ਰਕਾਸ਼ ਸਿੰਘ ਬਾਦਲ, ਲੌਂਗੋਵਾਲ, ਇਹ ਸਾਰੀ ਜੁੰਡਲੀ ਦਾ ਇਹ ਪਿੱਛੇ ਹੱਥ ਹੈ। ਉੱਧਰ ਇਹ ਤਾਰਾਂ ਜੁੜਨਗੀਆਂ, ਲਾਜ਼ਮੀ ਜੁੜਨਗੀਆਂ। ਸੋ ਇਹ ਸਨ ਭਾਈ ਹਰਜਿੰਦਰ ਸਿੰਘ ਮਾਝੀ, ਜਿਨ੍ਹਾਂ ਨੇ ਕਿਹਾ ਕਿ ਇਹਦੀ ਜਾਂਚ ਪੂਰੀ ਸਖਤਾਈ ਨਾਲ ਹੋਣੀ ਚਾਹੀਦੀ ਆ, ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ, ਫੌਜਦਾਰੀ ਮੁਕੱਦਮੇ ਚੱਲਣੇ ਚਾਹੀਦੇ ਨੇ ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹੀ ਘਟੀਆ ਹਰਕਤ, ਸਿੱਖਾਂ ਦੇ ਬਲੂੰਦਰੇ ਖੜੇ ਕਰਨ ਵਾਲੀਆਂ ਹਰਕਤਾਂ ਨਾ ਕਰ ਸਕੇ। ਨਾਭਾ ਤੋਂ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।